ਤੁਸੀਂ ਜਿਹੜੀ ਕੋਈ ਗੱਲ ਕੀਤੀ ਵੀ ਬਠਿੰਡੇ ਦੇ ਲੋਕਾਂ ਦੇ ਹੱਥ ਵਿੱਚ ਖਜ਼ਾਨੇ ਦੀ ਜਿਹੜੀ ਚਾਬੀ ਆ ਗਈ, ਬੜਾ ਸੋਸ਼ਲ ਮੀਡੀਆ ਦੇ ਵਿੱਚ ਵੀ ਸੀ, ਹਰੇਕ ਜਗ੍ਹਾ ਤੇ ਸੀਗਾ ਵੀ ਖਜ਼ਾਨਾ ਖਾਲੀ ਹੈ। ਤੇ ਖਾਲੀ ਖਜ਼ਾਨੇ ਚੋਂ ਫਿਰ ਕੀ ਕੀਤਾ? ਨਹੀਂ, ਇਹ ਤਾਂ ਜਿਹੜੇ ਵਿਰੋਧੀਆਂ ਦੀ ਗੱਲ ਹੈ। ਅਸੀਂ 22 ਸਾਲਾਂ ਬਾਅਦ ਹਰਿਆਣੇ ਤੋਂ ਅੱਗੇ ਨਿਕਲ ਗਏ, ਤਾਂ ਇਹ ਕਹਿਣਾ ਕਿ ਖਜ਼ਾਨਾ ਖਾਲੀ ਹੈ, ਇਹ ਮੈਨੂੰ ਲੱਗਦਾ ਬੇਬੁਨਿਆਦ ਹੈ। ਖਜ਼ਾਨਾ ਖਾਲੀ ਹੈ ਫਾਲਤੂ ਖਰਚਿਆਂ ਵਾਸਤੇ, ਫਜ਼ੂਲ ਖਰਚੀਆਂ ਵਾਸਤੇ, ਸ਼ਾਹ ਖਰਚੀਆਂ ਵਾਸਤੇ ਤਾਂ ਖਾਲੀ ਹੈ। ਇਹ ਬੜਾ ਪ੍ਰਚਾਰ ਵੀ ਹੁੰਦਾ ਹੈ, ਬੜਾ ਹੁੰਦਾ ਰਿਹਾ ਵੀ ਠੀਕ ਹੈ ਯਾਰ ਵੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਬੜਾ ਇਹ ਵਧੀਆ ਕੰਮ ਕਰਨਾ ਕਿ ਇਹ ਥਰਮਲ ਚੱਲੂਗਾ, ਪਰ ਤੁਸੀਂ ਉਹ ਵਾਅਦਾ ਪੂਰਾ ਨਹੀਂ ਕੀਤਾ ਬ੍ਰਦਰ। ਪਰ ਹੁਣ ਇਲੈਕਸ਼ਨ ਦਾ ਵੇਲਾ, ਉਹਦੇ 'ਚ ਇਹ ਸਾਰੀ ਗੱਲ ਤੁਹਾਡੇ ਐਂਟੀ ਜਾਂਦੀ ਹੈ ਵੀ ਮਨਪ੍ਰੀਤ ਬਾਦਲ ਨੇ ਇਹ ਜਿਹੜਾ ਕੰਮ ਨਹੀਂ ਕੀਤਾ। ਜਿਹੜਾ ਇਨਸਾਨ ਪਲੈਨਿੰਗ ਦਾ ਵੀ ਵਜ਼ੀਰ ਹੋਵੇ, ਫਾਈਨੈਂਸ ਦਾ ਵੀ ਹੋਵੇ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਦਾ ਹੋਵੇ, ਇਹਦਾ ਮਤਲਬ ਕੀ ਹੈ ਕਿ ਮੈਨੂੰ ਉੱਥੇ ਪੁੱਛਣ ਵਾਲਾ ਕੋਈ ਨਹੀਂ ਕਿ ਤੂੰ ਪਲਾਨ ਕੀ ਬਣਾਈ ਹੈ, ਮੈਂ ਉਹਦੇ ਪੈਸੇ ਕਿੱਥੋਂ ਆਉਣਗੇ ਔਰ ਇਹ ਇੰਪਲੀਮੈਂਟ ਕਰਨਾ ਹੈ। ਤਿੰਨੇ ਚੀਜ਼ਾਂ ਮੈਂ ਬਠਿੰਡੇ ਸ਼ਹਿਰ ਤੋਂ ਕੋਈ ਚੀਜ਼ ਲੁਕੋ ਕੇ ਕਿਉਂ ਰੱਖੂੰਗਾ? ਮੈਂ ਬਠਿੰਡੇ ਦੇ ਲੋਕਾਂ ਨੂੰ ਇਸ ਗੱਲ ਦਾ, ਜੇ ਮੇਰੇ ਤੇ ਇਤਬਾਰ ਕਰਦੇ ਆ, ਜੇ ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸੀਐਮ ਹੋਏ ਤਾਂ ਕਲਮ ਤਾਂ ਚੰਨੀ ਸਾਹਿਬ ਦੇ ਹੱਥ 'ਚ ਹੋਊਗੀ, ਪਰ ਉਸ ਕਲਮ ਨਾਲ ਲਿਖੂਗਾ ਕੌਣ? ਬਠਿੰਡੇ ਸ਼ਹਿਰ ਦੇ ਲੋਕ। ਤੁਸੀਂ ਇੱਕ ਗੱਲ ਕੀਤੀ ਵੀ ਮੈਂ ਬਠਿੰਡੇ ਦੇ ਵਿੱਚ ਆਹ ਚੀਜ਼ ਬਣਾਈ, ਆਹ ਚੀਜ਼ ਬਣਾਈ, ਆਹ ਚੀਜ਼ ਬਣਾਈ। ਫਰਜ਼ ਸੀ ਤੁਹਾਡਾ ਇਹ ਸਾਰਾ ਕੁਝ ਕਰਨਾ, ਕਿਉਂਕਿ ਤੁਸੀਂ ਐਮਐਲਏ ਬਣੇ ਸੀ ਤੇ ਕੀ ਵੱਖਰਾ ਸੀ? ਨਹੀਂ, ਮੈਂ ਕਿਸੇ ਤੇ ਅਹਿਸਾਨ ਨਹੀਂ ਕੀਤਾ, ਮੇਰਾ ਧਰਮ ਸੀ, ਮੇਰਾ ਫਰਜ਼ ਸੀ। ਔਰ ਇਹ ਜਿਹੜੇ ਤਰੱਕੀ ਦੀ ਰਫ਼ਤਾਰ ਹੈ, ਇਹ ਕਦੇ ਰੁਕਦੀ ਨਹੀਂ ਹੁੰਦੀ। चुनावी माहौल खुल के बोल इलेक्शन 2022 विद शमिंदर बाई। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਚੁਣਾਵੀ ਮਾਹੌਲ ਖੁੱਲ ਕੇ ਬੋਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਚੋਣਾਂ ਦਾ ਵੇਲਾ ਚੱਲ ਰਿਹਾ, ਹਰ ਬੰਦਾ ਆਪੋ ਆਪਣਾ ਪ੍ਰਚਾਰ ਕਰ ਰਿਹਾ, ਹਰ ਬੰਦਾ ਆਪੋ ਆਪਣੀ ਗੱਲ ਰੱਖ ਰਿਹਾ, ਭਾਵੇਂ ਉਹ ਕੈਂਡੀਡੇਟ ਹੋਵੇ ਤੇ ਭਾਵੇਂ ਸਾਡੇ ਵਰਗੇ ਆਮ ਲੋਕ। ਤੇ ਸਾਡਾ ਮੀਡੀਆ ਦਾ ਫਰਜ਼ ਬਣਦਾ ਹੈ ਕਿ ਅਸੀਂ ਕੈਂਡੀਡੇਟ ਦੀ ਗੱਲ ਲੋਕਾਂ ਤੱਕ ਪਹੁੰਚਾਈਏ ਤੇ ਲੋਕਾਂ ਦੀ ਗੱਲ ਕੈਂਡੀਡੇਟ ਦੇ ਨਾਲ ਕਲੀਅਰ ਕਰੀਏ। ਸੋ ਇਸ ਕਰਕੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਹਿ ਲਵਾਂ ਕਿ ਸਾਡੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਤੇ ਸਾਡੇ ਬਠਿੰਡੇ ਦੇ ਐਮਐਲਏ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਣੀ ਆਏ ਨੇ। ਬਾਦਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਸ਼ਮਿੰਦਰ ਜੀ, ਤੁਹਾਡਾ ਔਰ ਤੁਹਾਡੇ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਨਮਸਤੇ ਤੇ ਸਤਿ ਸ੍ਰੀ ਅਕਾਲ। 5 ਸਾਲ ਪਿਛਲੇ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ? ਜਿਹੜੇ 5 ਸਾਲ ਗੁਜ਼ਰੇ ਆ, ਔਰ ਮੈਂ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਇਸ ਗੱਲ ਦਾ ਬੜਾ ਧੰਨਵਾਦੀ ਹੈ ਕਿ ਉਹਨਾਂ ਨੇ ਮੇਰੇ ਤੇ ਇੱਕ ਬੜਾ ਵੱਡਾ ਭਰੋਸਾ ਕੀਤਾ, ਔਰ ਇਹਨਾਂ ਦਾ ਭਰੋਸਾ ਮੇਰੇ ਲਈ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੀ, ਇੱਕ ਮੁਕੱਦਸ ਇਮਾਨਤ ਸੀ ਜਿਹੜੀ 5 ਸਾਲ ਮੇਰੇ ਹੱਥਾਂ 'ਚ ਰਹੀ। ਔਰ ਕਿਉਂਕਿ ਜੇ ਮੈਂ ਖੁਲਾਸਾ ਕਰਾਂ ਕਿ 5 ਸਾਲ ਕੀ ਹੋਇਆ ਜਾਂ 5 ਸਾਲਾਂ 'ਚ ਬਠਿੰਡਾ ਕਿੱਥੇ ਗਿਆ, ਮੈਂ ਤਾਂ ਜਿਵੇਂ ਉਹ ਕੁੱਜੇ ਦਰਿਆ ਬੰਦ ਕਰਨ ਵਾਲੀ ਗੱਲ ਹੈ ਕਿ 5 ਸਾਲਾਂ 'ਚ ਬਠਿੰਡੇ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਗੱਲ ਘਰ ਕਰ ਗਈ ਹੈ। ਇੱਕ ਸੈਂਸ ਆਫ ਪ੍ਰਾਈਡ ਹੈ ਕਿ ਸਾਡਾ ਸ਼ਹਿਰ ਹੁਣ ਇਹ ਟਿੱਬਿਆਂ ਤੇ ਟੋਇਆਂ ਵਾਲਾ ਸ਼ਹਿਰ ਨਹੀਂ ਰਹਿ ਗਿਆ। ਇਹ ਸ਼ਹਿਰ ਜਿਹੜਾ ਹੈ ਤਰੱਕੀ ਕਰ ਰਿਹਾ, ਔਰ ਇਹਨੇ ਹੋਰ ਤਰੱਕੀ ਕਰਨੀ ਹੈ ਤੇ ਹੋ ਸਕਦਾ ਹੈ ਪੰਜਾਬ ਦਾ 1 ਨੰਬਰ ਦਾ ਸ਼ਹਿਰ ਬਣ ਜਾਏ ਜੀ। ਔਰ ਇਹ ਰੱਬ ਦਾ ਕਰਮ ਹੈ, ਕਿਉਂਕਿ ਕੌਮਾਂ ਦੇ ਮੁਕੱਦਰ ਦੇ ਵਿੱਚ ਤੇ ਸ਼ਹਿਰਾਂ ਦੇ ਮੁਕੱਦਰ 'ਚ ਕਈ ਵਾਰੀ ਮੌਕੇ ਭਿੜ ਜਾਂਦੇ ਆ। ਮੌਕਾ ਕੀ ਭਿੜ ਗਿਆ ਕਿ ਸਰਕਾਰ ਕਾਂਗਰਸ ਦੀ ਆ ਗਈ ਤੇ ਖਜ਼ਾਨੇ ਦੀ ਜਿਹੜੀ ਚਾਬੀ ਸੀ ਉਹ ਬਠਿੰਡੇ ਸ਼ਹਿਰ ਦੇ ਲੋਕਾਂ ਦੇ ਹੱਥ ਵਿੱਚ ਆ ਗਈ। ਇਸ ਵਜ੍ਹਾ ਨਾਲ ਇਹ ਡਿਲੀਵਰ ਕਰ ਪਾਈ। ਤੁਸੀਂ ਜਿਹੜੀ ਕੋਈ ਗੱਲ ਕੀਤੀ ਵੀ ਬਠਿੰਡੇ ਦੇ ਲੋਕਾਂ ਦੇ ਹੱਥ ਵਿੱਚ ਖਜ਼ਾਨੇ ਦੀ ਜਿਹੜੀ ਚਾਬੀ ਆ ਗਈ, ਬੜਾ ਸੋਸ਼ਲ ਮੀਡੀਆ ਦੇ ਵਿੱਚ ਵੀ ਸੀ, ਹਰੇਕ ਜਗ੍ਹਾ ਤੇ ਸੀਗਾ ਵੀ ਖਜ਼ਾਨਾ ਖਾਲੀ ਹੈ। ਤੇ ਖਾਲੀ ਖਜ਼ਾਨੇ ਚੋਂ ਫਿਰ ਕੀ ਕੀਤਾ? ਨਹੀਂ, ਇਹ ਤਾਂ ਜਿਹੜੇ ਵਿਰੋਧੀਆਂ ਦੀ ਗੱਲ ਹੈ, ਕਿਉਂਕਿ ਪਿਛਲੇ 5 ਸਾਲਾਂ 'ਚ ਪੰਜਾਬ ਨੇ ਆਪਣੇ ਜਿਹੜੇ ਟੈਕਸ ਰੈਵਨਿਊਜ਼ ਹੈ, ਜਿਹੜੀ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਕਿ ਸਾਡੀ ਜਿਹੜੀ ਆਮਦਨ ਹੈ, ਸਾਡੀ ਆਮਦਨ ਦੁੱਗਣੀ ਹੋ ਗਈ ਹੈ। ਸਾਡੀ ਟੈਕਸ ਗਰੋਥ 14% ਆਈ ਹੈ। ਅਸੀਂ ਆਪਣੇ ਖਰਚੇ ਮਹਿਦੂਦ ਕੀਤੇ ਹੈ, ਔਰ ਪੰਜਾਬ ਜਿਹੜਾ ਹੈ ਇਹਨਾਂ ਪਿਛਲੇ 5 ਸਾਲਾਂ 'ਚ 15th ਫਾਈਨੈਂਸ ਕਮਿਸ਼ਨ ਦੀਆਂ ਰਿਪੋਰਟਸ, ਔਰ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਇਹ ਕਿਸੇ ਸਿਆਸੀ ਸ਼ੋਖਾਬਾਜ਼ੀ ਨਾਲ ਨਹੀਂ ਕਰ ਰਿਹਾ, ਕਿਉਂਕਿ ਸਾਡੇ ਜਿਹੜੇ ਅਕਾਊਂਟਸ ਹੈ ਹਰ 3 ਮਹੀਨਿਆਂ ਬਾਅਦ ਸਾਡਾ ਜਿਹੜਾ ਕੰਟਰੋਲਰ ਆਡੀਟਰ ਜਨਰਲ ਜਿਹੜਾ ਉਹ ਆਡਿਟ ਕਰਦਾ ਹੈ। ਔਰ 22 ਸਾਲਾਂ ਬਾਅਦ ਪਿਛਲੇ ਜਿਹੜੇ 2 ਸਾਲ ਗੁਜ਼ਰੇ ਪੰਜਾਬ ਦਾ ਜਿਹੜਾ ਓਵਰਆਲ ਬਜਟ ਸਾਈਜ਼ ਤੇ ਕੈਪੀਟਲ ਐਕਸਪੈਂਡੀਚਰ ਹੁੰਦਾ ਜਿਹੜਾ ਤਰੱਕੀਆਤੀ ਕੰਮਾਂ 'ਚ ਲੱਗਦਾ ਹੈ,
ਅਸੀਂ 22 ਸਾਲਾਂ ਬਾਅਦ ਹਰਿਆਣੇ ਤੋਂ ਅੱਗੇ ਨਿਕਲ ਗਏ। ਜੀ। ਤਾਂ ਇਹ ਕਹਿਣਾ ਕਿ ਖਜ਼ਾਨਾ ਖਾਲੀ ਹੈ, ਇਹ ਮੈਨੂੰ ਲੱਗਦਾ ਬੇਬੁਨਿਆਦ ਹੈ। ਬਟ ਇਹ ਠੀਕ ਹੈ, ਖਜ਼ਾਨਾ ਖਾਲੀ ਹੈ ਫਾਲਤੂ ਖਰਚਿਆਂ ਵਾਸਤੇ, ਫਜ਼ੂਲ ਖਰਚੀਆਂ ਵਾਸਤੇ, ਸ਼ਾਹ ਖਰਚੀਆਂ ਵਾਸਤੇ ਤਾਂ ਖਾਲੀ ਹੈ। ਪਰ ਪੰਜਾਬ ਤੁਸੀਂ ਦੇਖੋ ਨਾ, ਜਿਹੜੀ ਪੈਨਸ਼ਨ 500 ਹੁੰਦੀ ਸੀ ਜੀ। ਉਹ 1500 ਹੋ ਗਈ। ਅਸੀਂ ਬਿਜਲੀ ਦੇ ਬਿੱਲ ਮਾਫ ਕਰ ਪਾਏ। ਔਰ ਇਹ ਵੀ ਇੱਕ, ਚਲੋ ਇਹ ਤਾਂ ਸ਼ਹਿਰ 'ਚ, ਕਿ ਬਠਿੰਡੇ 'ਚ ਦੀ ਬੇਮਿਸਾਲ ਤਰੱਕੀ ਹੋਈ ਹੈ, ਕਿਉਂਕਿ ਬਠਿੰਡੇ ਤੇ 600-700 ਕਰੋੜ ਰੁਪਇਆ ਲੱਗਿਆ। ਪਰ ਬਠਿੰਡੇ ਨਾਲੋਂ ਜ਼ਿਆਦਾ ਪੈਸਾ ਪਟਿਆਲੇ ਤੇ ਲਾਇਆ, ਲੁਧਿਆਣੇ ਤੇ ਲਾਇਆ। ਤੁਸੀਂ ਦਿਹਾਤ ਤੇ ਹਲਕਿਆਂ 'ਚੋਂ ਪੁੱਛੋ ਕਿ ਜਿੰਨੇ ਪਿਛਲੇ 5 ਸਾਲਾਂ 'ਚ ਪੈਸੇ ਆਏ, ਕਿਤੇ ਨਹੀਂ ਆਏ। ਔਰ ਪਹਿਲੀ ਵਾਰ ਹੋਇਆ ਕਿ ਪਿਛਲੇ 3 ਸਾਲਾਂ 'ਚ ਪੰਜਾਬ ਸਟੇਟ ਇੱਕ ਵੀ ਦਿਨ ਓਵਰਡਰਾਫਟ 'ਚ ਨਹੀਂ ਗਿਆ। ਓਵਰਡਰਾਫਟ ਮਤਲਬ ਵੀ ਪੰਜਾਬ ਸਰਕਾਰ ਤੋਂ, ਰਿਜ਼ਰਵ ਬੈਂਕ ਤੋਂ ਬੋਰੋ ਨਹੀਂ ਕਰਨੇ ਪਏ। ਔਰ ਪਹਿਲੀ ਵਾਰ ਹੋਇਆ 70 ਸਾਲਾਂ 'ਚ ਕਿ ਅਸੀਂ 2500 ਕਰੋੜ ਰੁਪਇਆ ਸਾਡਾ, ਜਿਹਨੂੰ ਸਿੰਕਿੰਗ ਫੰਡ ਕਹਿੰਦੇ ਆ, ਸਾਡਾ ਰਿਜ਼ਰਵ ਬੈਂਕ 'ਚ ਜਮ੍ਹਾਂ ਪਿਆ ਹੈ। ਅਸੀਂ ਕਿਸੇ ਨੂੰ ਦੇਣਾ ਨਹੀਂ, ਸਗੋਂ ਦੀ ਅਸੀਂ ਲੈਣਾ ਉਹਨਾਂ ਤੋਂ। ਸੋ ਇਹ ਇੱਕ ਅਹਿਸਾਸਮੰਦ ਔਰ ਜ਼ਿੰਮੇਵਾਰ ਸਰਕਾਰ ਜਿਹੜੀ ਹੈ ਇਹੀ ਕਰ ਸਕਦੀ ਹੈ। ਇਹ ਤਾਂ ਵਿਰੋਧੀਆਂ ਦੇ ਇੱਕ ਕਿਸਮ ਦੇ ਸਿਆਸੀ ਸ਼ੋਖਾਬਾਜ਼ੀ ਦੇ ਨਾਅਰੇ ਕਿ ਖਜ਼ਾਨਾ ਖਾਲੀ ਹੈ, ਵਰਨਾ ਪੰਜਾਬ ਸਟੇਟ ਇਸ ਵੇਲੇ ਹੋ ਸਕਦਾ ਹੈ ਹਿੰਦੁਸਤਾਨ ਦੇ ਅੱਛੇ ਸੂਬਿਆਂ 'ਚ ਫਾਈਨੈਂਸ ਦੇ ਇਤਬਾਰ ਨਾਲ ਗਿਣਿਆ ਜਾਊਗਾ। ਬਾਦਲ ਸਾਹਿਬ, ਚਲੋ ਇਹ ਤਾਂ ਇੱਕ ਸਟੇਟ ਦੀ ਗੱਲ ਹੋ ਗਈ ਸੀ, ਸਾਡੇ ਪੰਜਾਬ ਸਟੇਟ ਦੀ ਗੱਲ, ਕਿਉਂਕਿ ਮੇਰਾ ਪ੍ਰੋਗਰਾਮ ਜਿਹੜਾ, ਮੈਨੂੰ ਤਾਂ ਮੇਰੇ ਬਠਿੰਡੇ ਨਾਲ ਭਾ ਹੁੰਦਾ ਹੈ। ਤੇ ਮੈਨੂੰ ਤੁਸੀਂ ਥੋੜਾ ਜਿਹਾ ਇਹ ਦੱਸ ਦਿਓ ਕਿ ਬਠਿੰਡੇ ਦੇ ਵਿੱਚ ਜਦੋਂ ਤੁਸੀਂ ਪਿਛਲੀ ਵਾਰੀ ਇਲੈਕਸ਼ਨ ਲੜਨੇ ਸੀ, ਉਦੋਂ ਤੁਸੀਂ ਇਹ ਕਹਿੰਦੇ ਹੁੰਦੇ ਸੀ ਯਾਰ ਵੀ ਮੈਂ ਚਾਹੁੰਦਾ ਵੀ ਥਰਮਲ ਦੇ ਵਿੱਚ ਚਿਮਨੀਆਂ ਵਿੱਚੋਂ ਧੂੰਆਂ ਨਿਕਲੇ। ਇਹ ਬੜਾ ਪ੍ਰਚਾਰ ਵੀ ਹੁੰਦਾ, ਬੜਾ ਹੁੰਦਾ ਰਿਹਾ ਵੀ ਠੀਕ ਆ ਯਾਰ ਵੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਬੜਾ ਇਹ ਵਧੀਆ ਕੰਮ ਕਰਨਾ ਕਿ ਇਹ ਥਰਮਲ ਚੱਲੂਗਾ, ਪਰ ਤੁਸੀਂ ਉਹ ਵਾਅਦਾ ਪੂਰਾ ਨਹੀਂ ਕੀਤਾ ਬ੍ਰਦਰ। ਸ਼ਮਿੰਦਰ, ਇਸ ਤਰ੍ਹਾਂ ਹੈ ਕਿ ਜਦੋਂ ਤੁਸੀਂ ਮੰਤਰੀ ਬਣਦੇ ਹੋ, ਜਦੋਂ ਕਾਬੀਨਾ 'ਚ ਹਲਫ ਲੈਂਦੇ ਹੋ, ਤਾਂ ਉਹ ਤੁਸੀਂ ਪਰਮਾਤਮਾ ਦੀ ਸਹੁੰ ਖਾਂਦੇ ਹੋ ਕਿ ਮੈਂ ਆਪਣੇ ਮੁਲਕ ਨਾਲ ਵਫਾਦਾਰੀ ਕਰਾਂਗਾ। ਜੀ ਬਿਲਕੁਲ। ਕਈ ਗੱਲਾਂ ਤੁਹਾਨੂੰ ਗਿਆਨ ਨਹੀਂ ਹੁੰਦਾ, ਇਲਮ ਨਹੀਂ ਹੁੰਦਾ। ਦਰਅਸਲ ਜਿਹੜਾ ਸਾਡਾ ਥਰਮਲ ਸਟੇਸ਼ਨ ਸੀਗਾ, ਇਹ ਤਕਰੀਬਨ 50 ਸਾਲ ਪੁਰਾਣਾ ਹੋ ਚੁੱਕਿਆ ਸੀ। ਇਹਦੀ ਮਸ਼ੀਨਰੀ ਜਿਹੜੀ ਹੈ ਪੁਰਾਣੀ ਹੋ ਚੁੱਕੀ ਸੀ। ਔਰ ਸ਼ਾਇਦ ਤੁਹਾਡੇ ਸੁਣਨ ਵਾਲਿਆਂ ਨੂੰ ਨਾ ਪਤਾ ਹੋਵੇ, 1 ਸਾਲ ਦੇ ਵਿੱਚ ਇਹ ਸਿਰਫ 18 ਤੋਂ ਲੈ ਕੇ 37 ਦਿਨ ਚੱਲਦਾ ਸੀ। ਓਕੇ। ਸਿਰਫ ਸਾਨੂੰ ਗਵਰਨਮੈਂਟ ਆਫ ਇੰਡੀਆ ਤੋਂ, ਪੋਲਿਊਸ਼ਨ ਕੰਟਰੋਲ ਬੋਰਡ ਤੋਂ ਚਿੱਠੀਆਂ ਆਈਆਂ ਕਿ ਇਹ ਇੰਨੇ ਕੁ ਪੁਰਾਣਾ ਹੋ ਗਿਆ ਕਿ ਇਹ ਤੁਸੀਂ ਆਪਣਾ ਥਰਮਲ ਤੁਸੀਂ ਬੰਦ ਕਰੋ। ਸ਼ਾਇਦ ਇਦੋਂ ਸਾਦੇ ਭਾਸ਼ਾ 'ਚ ਮੈਂ ਸਮਝਾ ਸਕਦਾ ਕਿ ਦਿੱਲੀ ਦੇ ਵਿੱਚ ਜਿਹੜੀਆਂ 25 ਸਾਲ ਪੁਰਾਣੀਆਂ ਗੱਡੀਆਂ, ਤਾਂ ਸਰਕਾਰ ਨੇ ਇਹ ਕਿਹਾ ਕਿ 25 ਸਾਲ ਪੁਰਾਣੀ ਗੱਡੀ ਦਿੱਲੀ ਦੀ ਸੜਕ ਤੇ ਨਹੀਂ ਜਾ ਸਕਦੀ। ਉਸੇ ਤਰ੍ਹਾਂ ਨਾਲ 50 ਸਾਲ ਪੁਰਾਣਾ ਥਰਮਲ ਜਿਹੜਾ ਹੈ ਉਹ ਚੱਲ ਨਹੀਂ ਸਕਦਾ। ਔਰ ਜਿਹੜਾ ਪਲਾਂਟ ਸਿਰਫ 18 ਤੋਂ 37 ਦਿਨ ਚੱਲਦਾ ਹੈ, ਕਿਉਂਕਿ ਮਸਲਾ ਇਹ ਹੈ ਕਿ ਇਹ ਕੋਲੇ ਤੇ ਚੱਲਦਾ ਹੈ। ਕੋਲੇ ਦਾ ਜੇ ਹੋਰ ਕੋਈ ਕਾਸਟ ਨਾ ਲਈਏ, ਇਕੱਲਾ ਵੀ ਕੋਲੇ ਦਾ ਖਰਚਾ ਕਿੰਨਾ ਆਉਂਦਾ ਹੈ, 5.5 ਰੁਪਏ ਯੂਨਿਟ ਜਿਹੜਾ ਕੋਲੇ ਦੀ ਸਾਨੂੰ ਬਿਜਲੀ ਪੈਂਦੀ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਤਨਖਾਹਾਂ ਹੈ, ਐਸਟੈਬਲਿਸ਼ਮੈਂਟ, ਟੁੱਟ ਪੰਜ ਮੇਨਟੇਨੈਂਸ ਹੁੰਦੀ ਹੈ। ਬਠਿੰਡਾ ਥਰਮਲ ਦੀ ਜਿਹੜੀ ਬਿਜਲੀ ਸੀ ਉਹ ਸਾਨੂੰ ਤਕਰੀਬਨ 12 ਰੁਪਏ ਯੂਨਿਟ ਪੈਂਦੀ ਸੀ ਜੀ। ਔਰ ਜਿਹੜੇ ਹੁਣ ਅਸੀਂ ਲੇਟੈਸਟ ਐਗਰੀਮੈਂਟ ਕੀਤੇ ਹੈ, ਇਹ 2 ਰੁਪਏ ਤੇ 33 ਪੈਸੇ 'ਚ ਪੰਜਾਬ ਰਾਜ ਬਿਜਲੀ ਬੋਰਡ ਨੇ ਕੀਤੇ ਹੈ। ਹੁਣ ਤੁਸੀਂ ਦੱਸੋ, ਮੈਂ ਇੱਕ ਜ਼ਿੰਮੇਵਾਰ, ਮੈਂ ਜਵਾਬਦੇਹ ਹਾਂ ਪੰਜਾਬ ਦੀ ਜਨਤਾ ਨੂੰ, ਬਠਿੰਡਾ ਦੇ ਲੋਕਾਂ ਨੂੰ। ਤੁਸੀਂ ਦੱਸੋ ਵੀ ਮੈਂ 12 ਰੁਪਏ ਵਾਲੀ ਬਿਜਲੀ ਚਲਾਉਂਗਾ ਕਿ 2 ਰੁਪਏ 33 ਪੈਸੇ ਵਾਲੀ। ਦੂਸਰਾ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਜੇ ਕਿਸੇ ਨੂੰ ਇਤਰਾਜ਼ ਹੋ ਸਕਦਾ ਤਾਂ ਇੰਪਲੋਈਜ਼ ਨੂੰ ਹੀ ਹੋ ਸਕਦਾ ਨਾ, ਜਿਹੜੇ ਉੱਥੇ ਇੱਕ ਵੀ ਮੁਲਾਜ਼ਮ ਸੀ। ਮੁਲਾਜ਼ਮ 3 ਕਿਸਮ ਦੇ ਸੀ, ਇੱਕ ਪੱਕੇ ਮੁਲਾਜ਼ਮ ਸੀ, ਇੱਕ ਕੰਟਰੈਕਟ ਤੇ ਸੀ, ਇੱਕ ਆਊਟਸੋਰਸ ਸੀ। ਆਊਟਸੋਰਸ ਦਾ ਮਤਲਬ ਠੇਕੇਦਾਰ ਦੇ। ਇੱਕ ਵੀ ਮੁਲਾਜ਼ਮ ਨੂੰ ਮੁਲਾਜ਼ਮਤ ਤੋਂ ਨਹੀਂ ਕੱਢਿਆ, ਇੱਕ ਵੀ ਮੁਲਾਜ਼ਮ ਨੂੰ ਬਠਿੰਡੇ ਡਿਸਟ੍ਰਿਕਟ ਤੋਂ ਬਾਹਰ ਨਹੀਂ ਲੈ ਕੇ ਗਏ, ਤੇ ਤਕਰੀਬਨ 2500 ਬੰਦਾ ਜਿਹੜਾ ਸਾਰਾ ਐਡਜਸਟ ਕਰਤਾ। ਤੀਸਰੀ ਗੱਲ ਇਹ ਸੀ ਕਿ ਜੇ ਇਹ ਫਰਜ਼ ਕਰ ਲਓ ਸਾਨੂੰ ਚਲਾਉਣਾ ਵੀ ਪੈਂਦਾ ਵੀ ਕਿਸੇ ਵੀ ਹਾਲਤ, ਚਲੋ ਮੈਂ ਆਪਣੀ ਸਿਆਸੀ ਕੀ ਕਹਿੰਦੇ ਆ ਸ਼ੋਹਰਤ ਵਾਸਤੇ ਮੈਂ ਆਪਣੇ ਮੁਲਕ ਦਾ ਸੌਦਾ ਵੀ ਕਰ ਦਿੰਦਾ, ਤਾਂ ਉਹਨਾਂ ਨੇ ਕਿਹਾ ਸੀ ਕਿ ਇਹਦੇ ਤੇ ਤੁਸੀਂ ਇੱਕ ਮਸ਼ੀਨ ਹੁੰਦੀ ਹੈ ਜਿਹੜੀ ਪੋਲਿਊਸ਼ਨ ਨੂੰ ਕੰਟਰੋਲ ਕਰਦੀ ਹੈ, ਉਹਨੂੰ ਕਹਿੰਦੇ ਆ FGD ਮਸ਼ੀਨ ਹੁੰਦੀ ਹੈ, ਉਹ ਤੁਹਾਨੂੰ ਲਾਣੀ ਲਾਜ਼ਮੀ ਹੈ। ਉਹਦੀ ਕੀਮਤ ਕੋਈ ਤਕਰੀਬਨ 500 ਕਰੋੜ ਰੁਪਏ ਸੀ ਜੀ। ਜੇ ਅਸੀਂ 500 ਕਰੋੜ ਦੀ ਉਹ ਯੰਤਰ ਜਿਹੜਾ ਨਹੀਂ ਲਾਉਂਦੇ ਸੀ ਤਾਂ ਸਾਨੂੰ ਹਰ ਰੋਜ਼ ਹਰ ਯੂਨਿਟ ਤੇ ਨੈਸ਼ਨਲ ਪੋਲਿਊਸ਼ਨ ਕੰਟਰੋਲ ਜਿਹੜਾ, ਉਹਨਾਂ ਨੇ ਸਾਨੂੰ 50 ਪੈਸੇ ਹਰ ਯੂਨਿਟ ਤੇ ਉਹਨਾਂ ਨੇ ਸਾਨੂੰ ਫਾਈਨ ਲਾਣਾ ਸੀ। ਸੋ ਇੰਨੀ ਮਹਿੰਗੀ ਬਿਜਲੀ ਚਲਾਣੀ, ਮੈਂ ਤਾਂ ਸਮਝਦਾ ਕਿ
ਇਹ ਪੰਜਾਬ ਦੇ ਹਿੱਤ ਵਿੱਚ ਨਹੀਂ। ਜਦੋਂ ਅਸੀਂ ਪਹਿਲਾਂ ਤਾਂ ਕੋਲਾ ਉੱਥੋਂ ਲੈ ਕੇ ਆਉਂਦੇ ਆ, ਕੋਲਾ ਇੰਨਾ ਮਹਿੰਗਾ ਨਹੀਂ ਜਿਹਦਾ ਕਿਰਾਇਆ ਪੈ ਜਾਂਦਾ ਹੈ, ਕਿਰਾਇਆ ਜ਼ਿਆਦਾ ਮਹਿੰਗਾ। ਔਰ ਤੀਸਰਾ ਹੁੰਦਾ ਕਿ ਇਹ ਪੋਲਿਊਸ਼ਨ ਪੈਦਾ ਕਰਦਾ ਹੈ। ਪਲਾਂਟ ਪੁਰਾਣਾ ਹੋ ਚੁੱਕਿਆ ਸੀ। 1500 ਏਕੜ ਜ਼ਮੀਨ ਜਿਹੜੀ ਹੈ ਇਹ ਇਸ ਵੇਲੇ ਹੁਣ ਪੰਜਾਬ ਸਰਕਾਰ ਕੋਲੇ ਫਾਰਗ ਪਈ ਹੈ। ਔਰ ਪੰਜਾਬ ਸਰਕਾਰ ਨੇ ਸੋਚਿਆ ਕਿ ਇਹਦੇ 'ਚ ਅਸੀਂ ਜਾਂ ਤਾਂ ਫਾਰਮਾਸਿਊਟੀਕਲ ਪਾਰਕ ਕਾਰਖਾਨੇ ਜਾਂ ਇਹਦੇ 'ਚ ਟੈਕਸਟਾਈਲ ਪਾਰਕ ਜਿਹੜੇ ਕਿ ਗਵਰਨਮੈਂਟ ਆਫ ਇੰਡੀਆ ਨੇ ਇਹ ਦੇਣੇ ਹੈ। ਅਸੀਂ ਬੜੀ ਲਾਸਟ ਮਿਨਟ ਇਹਨਾਂ ਦੀ ਨੈਗੋਸੀਏਸ਼ਨ ਤੱਕ ਪਹੁੰਚ ਚੁੱਕੇ ਹਾਂ। ਜਿਹੜਾ ਥਰਮਲ ਸੀ ਇਹਦੇ 'ਚ 2500 ਬੰਦਾ ਕੰਮ ਕਰਦਾ ਸੀ, ਫਾਰਮਾਸਿਊਟੀਕਲ 'ਚ 1 ਲੱਖ ਬੰਦਾ ਮੁਲਾਜ਼ਮਤ ਕਰੂਗਾ। ਔਰ ਕਿਉਂਕਿ ਆਪਾਂ ਬਠਿੰਡੇ ਦੀ ਗੱਲ ਕਰ ਰਹੇ ਹਾਂ, ਮੁਲਾਜ਼ਮਾਂ ਨੂੰ ਛੱਡ ਕੇ ਤਮਾਮ ਬਠਿੰਡਾ ਤਾਂ ਸ਼ਮਿੰਦਰ ਖੁਸ਼ ਹੈ, ਕਿਉਂਕਿ ਸਾਰਾ ਦਿਨ ਉਹਨਾਂ ਦੇ ਸਿਰ ਤੇ ਸੁਆਹ ਪੈਂਦੀ ਸੀ। ਦੇਖੋ ਪਤਾ ਕੀ ਹੈ, ਮੈਂ ਉਹ ਚਲੋ ਤੁਸੀਂ ਆਪਣੀ ਗੱਲ ਇਸ ਗੱਲ ਨੂੰ ਕਲੀਅਰ ਕੀਤਾ, ਜੇ ਕਿਤੇ ਪਹਿਲਾਂ ਕਰ ਦਿੰਦੇ ਤਾਂ ਜ਼ਿਆਦਾ ਵਧੀਆ ਹੋ ਜਾਂਦਾ ਵੀ ਆਹ ਮਸਲਾ ਸੀ। ਪਰ ਇੱਕ ਮੈਨੂੰ ਤੁਸੀਂ ਇਹ ਵੀ ਦੱਸ ਦਿਓ ਵੀ ਉਸੇ ਜਗ੍ਹਾ ਤੇ ਤੁਸੀਂ ਇਹ ਵੀ ਕਿਹਾ ਸੀ ਵੀ ਮੈਂ ਤਾਂ ਇੱਥੇ ਹੀਰੋ ਹੋਂਡਾ ਦਾ ਜੀ ਉਹ ਲੈ ਕੇ ਆਊਂਗਾ, ਕਾਰਖਾਨਾ ਲੈ ਕੇ ਆਊਂਗਾ, ਬਠਿੰਡੇ ਦੇ ਲੋਕਾਂ ਨੂੰ ਰੋਜ਼ਗਾਰ ਬਹੁਤ ਮਿਲੂਗਾ। ਉਹ ਰੋਜ਼ਗਾਰ ਕਿੱਧਰ ਗਿਆ? ਉਹ ਤੁਸੀਂ ਉਹ ਵੀ ਵਾਅਦਾ ਨਹੀਂ ਪੂਰਾ ਕੀਤਾ। ਇਹ ਰਿਕਾਰਡ ਦਾ ਹਿੱਸਾ ਹੈ। ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ 3 ਫਾਰਮਾਸਿਊਟੀਕਲ ਪਾਰਕ ਦੇਣੇ ਸੀ। ਫਾਰਮਾਸਿਊਟੀਕਲ ਦਾ ਮਤਲਬ ਜਿਹੜੀਆਂ ਦਵਾਈਆਂ ਇਨਸਾਨ ਖਾਂਦੇ ਜੀ। ਇਸ ਵੇਲੇ 95% ਦਵਾਈ ਜਿਹੜੀ ਹੈ ਚਾਈਨਾ ਤੋਂ ਆ ਰਹੀ ਹੈ। ਭਾਰਤ ਨੂੰ ਪਤਾ ਹੈ ਕਿ ਚਾਈਨਾ ਸਾਡਾ ਖੈਰ ਖਵਾਨੀ ਹੈ, ਦਵਾਈਆਂ ਸਾਨੂੰ ਆਪ ਬਣਾਉਣੀਆਂ ਪੈਣੀਆਂ। ਉਹਨਾਂ ਨੇ ਤਿੰਨ ਪਾਰਕ ਜਿਹੜੇ ਹੈ ਇੰਡੀਆ ਨੇ, ਗਵਰਨਮੈਂਟ ਆਫ ਇੰਡੀਆ ਨੇ ਸਟੇਟਾਂ ਨੂੰ ਅਲਾਟ ਕਰਨੇ ਹੈ। ਉਹਦੇ ਵਿੱਚ ਇੱਕ ਕਿਸਮ ਦਾ ਟੈਂਡਰ ਪਾਇਆ ਸੀ ਜਿਹਦੀ ਕਿ ਇੰਟਰਨੈਸ਼ਨਲ ਕੰਪਨੀ ਨੇ ਇਵੈਲੂਏਸ਼ਨ ਕੀਤੀ। ਸੋ ਪੰਜਾਬ ਜਿਹੜਾ ਇੱਕ ਜਿਹਨੂੰ L1 ਕਹਿੰਦੇ ਆ ਵੀ ਸਭ ਤੋਂ ਵਧੀਆ ਜਿਹੜੀ ਲੋਕੇਸ਼ਨ ਜਿਹੜੀ ਬਣੀ ਹੈ, ਵੈਸੇ ਤਾਂ 3 ਬਣਨੇ ਆ ਪਰ ਜਿਹੜੀ ਸਭ ਤੋਂ ਵਧੀਆ ਲੋਕੇਸ਼ਨ ਬਣਨੀ ਹੈ ਉਹ ਬਠਿੰਡੇ ਦੀ ਬਣਨੀ ਹੈ। ਉਹਦੀ ਵਜ੍ਹਾ ਇਹ ਹੈ ਕਿ ਰੇਲਵੇ ਸਾਈਡਿੰਗ ਹੈ, ਪਾਣੀ ਹੈ, ਰੈੱਡ ਜ਼ੋਨ ਦੀ ਆਲਰੇਡੀ ਕਲੀਅਰੈਂਸ ਹੈ, 에ਅਰਪੋਰਟ ਹੈ, ਹਰ ਲਿਹਾਜ਼ ਨਾਲ। ਔਰ ਗਵਰਨਮੈਂਟ ਆਫ ਇੰਡੀਆ ਨੂੰ ਇਹ ਪੰਜਾਬ ਨੂੰ ਦੇਣਾ ਹੀ ਪੈਣਾ ਹੈ। ਮੈਂ ਗਲਤ ਹੋ ਸਕਦਾ ਪਰ ਮੇਰਾ ਆਪਣਾ ਮਨ ਸੀ ਕਿ ਜਿੱਦਣ ਪ੍ਰਧਾਨ ਮੰਤਰੀ ਮੋਦੀ ਜੀ ਫਿਰੋਜ਼ਪੁਰ ਆ ਰਹੇ ਸੀ ਤਾਂ ਜਿਹੜਾ ਉਹ ਪੰਜਾਬ ਵਾਸਤੇ ਪੈਕੇਜ ਅਨਾਉਂਸ ਕਰਨਾ ਸੀ, ਉਹਦੇ ਵਿੱਚ ਬਠਿੰਡਾ ਥਰਮਲ ਨੂੰ ਅਸੀਂ ਫਾਰਮਾਸਿਊਟੀਕਲ ਪਾਰਕ ਡਿਕਲੇਅਰ ਕਰਨਾ, ਇਹ ਉਹਨਾਂ ਦੇ ਵਿੱਚ ਸੀ। ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਇਹ ਵੀ ਦੱਸਦਾ ਜਾਵਾਂ ਕਿ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਹੁੰਦੀ ਹੈ ਇਹ ਇੰਨੀ ਕੁ ਲੇਬਰ ਇੰਟੈਂਸਿਵ ਹੁੰਦੀ ਹੈ ਕਿਉਂਕਿ ਇੱਕ ਵਾਰੀ ਕੈਮੀਕਲ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਤਾਂ ਉਹਨੂੰ ਬੰਦ ਨਹੀਂ ਕੀਤਾ ਜਾ ਸਕਦਾ। ਉਹ 24 ਘੰਟੇ ਚੱਲਣਾ ਹੁੰਦਾ। ਇਹਦਾ ਮਤਲਬ ਇਹਦੀਆਂ 3 ਸ਼ਿਫਟਾਂ ਚੜਨਗੀਆਂ ਔਰ 3 ਸ਼ਿਫਟਾਂ ਦੇ ਵਿੱਚ ਜਿੱਦਣ ਇਹ ਪੂਰਾ ਹੋ ਗਿਆ ਫਾਰਮਾਸਿਊਟੀਕਲ ਪਾਰਕ, ਤਕਰੀਬਨ 1 ਲੱਖ ਬੰਦੇ ਨੂੰ ਮੁਲਾਜ਼ਮਤ ਮਿਲੂਗੀ। 1 ਲੱਖ ਬਨਾਮ 2500 ਜਿਹੜਾ ਥਰਮਲ ਕਰ ਰਿਹਾ ਸੀ। ਔਰ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਹੈ ਇਹ ਇੱਕ ਤਾਂ ਪੋਲਿਊਟਿੰਗ ਇੰਡਸਟਰੀ ਨਹੀਂ ਹੈ, ਇਨ ਦਾ ਸੈਂਸ ਇਹਦਾ ਧੂੰਆਂ ਨਹੀਂ ਨਿਕਲਦਾ। ਦੂਜਾ ਇਹ ਜ਼ਿਆਦਾ ਇਹਦੇ ਤੇ ਪਾਵਰ ਜਿਹੜੀ ਹੈ ਉਹ ਪਾਵਰ ਘੱਟ ਲੱਗਦੀ ਹੈ। ਬਾਦਲ ਸਾਹਿਬ ਇੱਕ ਮੈਂ ਮਾਫੀ ਚਾਹੂੰਗਾ, ਤੁਹਾਡੀ ਗੱਲ ਕਰਦਾ। ਪਤਾ ਕੀ ਹੈ, ਇਹ ਸਾਰੀ ਗੱਲਾਂ ਠੀਕ ਹੈ, ਇਹ ਜਦੋਂ ਹੋਊਗਾ ਉਦੋਂ ਹੋਊਗਾ, ਪਰ ਹੁਣ ਇਲੈਕਸ਼ਨ ਦਾ ਵੇਲਾ, ਉਹਦੇ 'ਚ ਇਹ ਸਾਰੀ ਗੱਲ ਤੁਹਾਡੇ ਐਂਟੀ ਜਾਂਦੀ ਹੈ ਵੀ ਮਨਪ੍ਰੀਤ ਬਾਦਲ ਨੇ ਇਹ ਜਿਹੜਾ ਕੰਮ ਨਹੀਂ ਕੀਤਾ। ਸਭ ਗੱਲ ਇਹ ਹੈ ਕਿ ਪਰਮਾਤਮਾ ਤਾਂ ਹੈਗਾ ਜਿਹੜਾ ਉਹ ਤਾਂ ਦੇਖਦਾ ਬੰਦੇ ਦੀ ਨੀਅਤ, ਲੋਕ ਦੇਖਦੇ ਆ ਦਿਖਾਵਾ। ਔਰ ਹੁਣ ਜੇ ਤਾਂ ਪਰਮਾਤਮਾ ਹੋਵੇ ਤਾਂ ਉਹਨਾਂ ਨੂੰ ਦਿਸ ਜਾਂਦਾ ਹੈ। ਤੁਸੀਂ ਸ਼ਮਿੰਦਰ ਇੱਕ ਵੈਸੇ ਹੀ ਮੈਂ ਤੁਹਾਨੂੰ ਪਲਟ ਕੇ ਜਵਾਬ ਦਿੰਦਾ, ਜਿਹੜਾ ਇਨਸਾਨ ਪਲੈਨਿੰਗ ਦਾ ਵੀ ਵਜ਼ੀਰ ਹੋਵੇ, ਫਾਈਨੈਂਸ ਦਾ ਵੀ ਹੋਵੇ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਦਾ ਹੋਵੇ, ਇਹਦਾ ਮਤਲਬ ਕੀ ਹੈ ਕਿ ਮੈਨੂੰ ਉੱਥੇ ਪੁੱਛਣ ਵਾਲਾ ਕੋਈ ਨਹੀਂ ਕਿ ਤੂੰ ਪਲਾਨ ਕੀ ਬਣਾਈ ਹੈ, ਮੈਂ ਉਹਦੇ ਪੈਸੇ ਕਿੱਥੋਂ ਆਉਣਗੇ ਔਰ ਇਹ ਇੰਪਲੀਮੈਂਟ ਕਰਨਾ ਹੈ। ਤਿੰਨੇ ਚੀਜ਼ਾਂ ਮੈਂ ਬਠਿੰਡੇ ਸ਼ਹਿਰ ਤੋਂ ਕੋਈ ਚੀਜ਼ ਲੁਕੋ ਕੇ ਕਿਉਂ ਰੱਖੂੰਗਾ। ਔਰ ਜਿਹੜੇ ਪਿਛਲਾ ਟਾਈਮ ਗੁਜ਼ਰਿਆ 600-700 ਕਰੋੜ ਰੁਪਏ, ਔਰ ਮੈਂ ਮੋਟਾ ਤੁਹਾਨੂੰ ਗਿਣਾ ਦਿੰਦਾ, 100 ਕਰੋੜ ਰੁਪਏ ਦਾ ਬਾਈਪਾਸ ਨਿਕਲਿਆ, 100 ਕਰੋੜ ਰੁਪਏ ਦੇ ਆਪਣੇ ਕੀ ਕਹਿੰਦੇ ਆ ਜਿਹੜਾ ਰੇਲਵੇ ਦਾ ਓਵਰ ਬ੍ਰਿਜ ਬਣ ਰਿਹਾ, 30 ਕਰੋੜ ਦਾ ਨਹਿਰ ਪੱਕੀ ਹੋਈ ਹੈ, 30 ਕਰੋੜ ਦਾ ਆਪਣਾ ਆਡੀਟੋਰੀਅਮ ਬਣ ਰਿਹਾ, ਆਪਣਾ 100 ਕਰੋੜ ਦੇ ਸੋਲਰ ਪੈਨਲ ਲੱਗੇ ਹੈ। ਕੋਈ ਸ਼ਹਿਰ ਦੀ ਗਲੀ ਨਾਲੀ ਟੂਟੀ ਖੰਭਾ ਧਰਮਸ਼ਾਲਾ ਰੰਗ ਰੋਗਨ ਜੋ ਬੁਨਿਆਦੀ ਸਾਰਾ ਸਟਰਕਚਰ ਹੈ ਬਠਿੰਡਾ ਦਾ, ਇਹ ਆਪਣਾ ਸ਼ਹਿਰ ਇਸ ਸਤ੍ਹਾ ਤੇ ਪਹੁੰਚ ਚੁੱਕਿਆ ਹੈ ਕਿ ਇਹਦੀ ਐਨੂਅਲ ਮੇਨਟੇਨੈਂਸ ਜਿਹੜੀ ਹੈ ਇਹ ਤਕਰੀਬਨ 100 ਕਰੋੜ ਹੈ। ਸ਼ਮਿੰਦਰ 117 MLA ਬਣਦੇ ਜੀ,
ਉਹਨਾਂ ਚੋਂ ਸਿਰਫ 17 ਨੇ ਹੀ ਮਿਨਿਸਟਰ ਬਣਨਾ ਹੁੰਦਾ। ਜੀ ਹੁਣ ਬਠਿੰਡੇ ਨੇ ਕੋਈ ਰਜਿਸਟਰੀ ਤਾਂ ਕਰਾਈ ਨਹੀਂ, ਕੋਈ ਸੁੱਖ ਤਾਂ ਸੁੱਖੀ ਨਹੀਂ ਵੀ ਹਰ ਵਾਰੀ ਮਿਨਿਸਟਰ ਸਾਡੇ ਬਠਿੰਡੇ ਤੋਂ ਹੀ ਬਣੂਗਾ। ਅੱਜ ਮਨਪ੍ਰੀਤ ਮਿਨਿਸਟਰ ਹੈ, ਅੱਜ ਮੌਕਾ ਫੇਰ ਭਿੜ ਗਿਆ ਕਿ ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ ਜੇ ਕਾਂਗਰਸ ਪਾਰਟੀ ਅੱਗੇ ਆਉਂਦੀ ਹੈ ਤਾਂ ਚੰਨੀ ਸਾਹਿਬ ਸੀਐਮ ਬਣਨਗੇ। ਜੀ ਮੈਂ ਬਠਿੰਡੇ ਦੇ ਲੋਕਾਂ ਨੂੰ ਇਸ ਗੱਲ ਦਾ, ਜੇ ਮੇਰੇ ਤੇ ਇਤਬਾਰ ਕਰਦੇ ਆ, ਜੇ ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸੀਐਮ ਹੋਏ ਤਾਂ ਕਲਮ ਤਾਂ ਚੰਨੀ ਸਾਹਿਬ ਦੇ ਹੱਥ 'ਚ ਹੋਊਗੀ, ਬਿਲਕੁਲ। ਪਰ ਉਸ ਕਲਮ ਨਾਲ ਲਿਖੂਗਾ ਕੌਣ? ਬਠਿੰਡੇ ਸ਼ਹਿਰ ਦੇ ਲੋਕ। ਔਰ ਇਹ ਮੌਕੇ, ਇਹ ਪਤਾ ਨਹੀਂ ਫੇਰ ਮੌਕਾ ਕਦੋਂ ਭਿੜੂਗਾ। ਔਰ ਤੁਸੀਂ ਯਕੀਨ ਮੰਨਿਓ ਮੇਰੀ ਗੱਲ ਤੇ ਕਿ 40-50 ਹਲਕੇ ਪੰਜਾਬ 'ਚ ਐਸੇ ਹੋਣੇ ਆ ਜਿਹੜੇ ਪਿਛਲੇ 70 ਸਾਲ ਤੋਂ ਕੋਈ ਮਿਨਿਸਟਰ ਨਹੀਂ ਬਣਿਆ। ਔਰ ਉਹ ਉਹਨਾਂ 'ਚ ਜਿਹੜੇ ਮਿਨਿਸਟਰਾਂ ਦੇ ਹਲਕੇ ਹੁੰਦੇ, ਕੁਝ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਹੈ ਫਰਕ ਤਾਂ ਜ਼ਰੂਰ ਪੈਂਦਾ। ਹਾਲਾਂਕਿ ਐਜ਼ ਪਲੈਨਿੰਗ ਮਿਨਿਸਟਰ ਮੈਂ ਕਿਸੇ ਹਲਕੇ ਨਾਲ ਵਿਤਕਰਾ ਨਹੀਂ ਕੀਤਾ। ਤੁਸੀਂ ਇੱਕ ਗੱਲ ਕੀਤੀ ਵੀ ਮੈਂ ਬਠਿੰਡੇ ਦੇ ਵਿੱਚ ਆਹ ਚੀਜ਼ ਬਣਾਈ, ਆਹ ਚੀਜ਼ ਬਣਾਈ, ਆਹ ਚੀਜ਼ ਬਣਾਈ। ਫਰਜ਼ ਸੀ ਤੁਹਾਡਾ ਇਹ ਸਾਰਾ ਕੁਝ ਕਰਨਾ, ਕਿਉਂਕਿ ਤੁਸੀਂ ਐਮਐਲਏ ਬਣੇ ਸੀ ਤੇ ਕੀ ਵੱਖਰਾ ਸੀ? ਨਹੀਂ, ਮੈਂ ਕਿਸੇ ਤੇ ਅਹਿਸਾਨ ਨਹੀਂ ਕੀਤਾ। ਮੇਰਾ ਧਰਮ ਸੀ, ਮੇਰਾ ਫਰਜ਼ ਸੀ। ਔਰ ਇਹ ਜਿਹੜੇ ਤਰੱਕੀ ਦੀ ਰਫ਼ਤਾਰ ਹੈ ਇਹ ਕਦੇ ਰੁਕਦੀ ਨਹੀਂ ਹੁੰਦੀ। ਔਰ ਜਿਹੜੇ ਕੰਮ ਹੋ ਗਏ, ਮੈਂ ਤਾਂ ਵੈਸੇ ਇੱਕ ਮੋਟੇ ਜਿਹੇ ਤੌਰ ਤੇ ਮੈਂ ਕੋਈ ਖੁਲਾਸਾ ਨਹੀਂ ਕਰ ਰਿਹਾ, ਕੋਈ ਸਾਨ ਨਹੀਂ ਜਤਾ ਰਿਹਾ। ਇਨਫੈਕਟ ਜਿਹੜੀਆਂ ਜ਼ਿੰਦਾ ਕੌਮਾਂ ਹੁੰਦੀਆਂ ਉਹਨਾਂ ਦੀ ਆਦਤ ਨਹੀਂ ਹੁੰਦੀ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ, ਬਠਿੰਡੇ ਨੇ ਅੱਗੇ ਦੇਖਣਾ। ਔਰ ਜਿਹੜਾ ਮਜ਼ੀਦ ਬਠਿੰਡੇ ਨੂੰ ਇੱਕ ਕਿਸਮ ਦਾ ਜਿਹਨੂੰ 5 ਸਟਾਰ ਸ਼ਹਿਰ ਬਣਾਉਣਾ ਹੈ, 5 ਸਟਾਰ ਸ਼ਹਿਰ ਬਣਾਉਣ ਵਾਸਤੇ ਸ਼ਮਿੰਦਰ ਕਿਸ ਚੀਜ਼ ਦੀ ਲੋੜ ਹੈ? ਇੱਕ ਜਿਹੜਾ ਕਲਚਰਡ ਮੁਹੱਜ਼ਬ ਸ਼ਹਿਰ ਹੈ ਉਹਦੇ 'ਚ 5 ਚੀਜ਼ਾਂ ਜ਼ਰੂਰੀ ਹੈ। ਇੱਕ ਤਾਂ ਵਰਲਡ ਕਲਾਸ ਲਾਇਬ੍ਰੇਰੀ ਹੋਵੇ। ਜੇ ਲਾਇਬ੍ਰੇਰੀ ਹੈ ਨਹੀਂ ਤਾਂ ਯਾਰ ਉਹ ਕਿਆ ਸ਼ਹਿਰ ਹੋਏਗਾ। ਉਹ ਆਪਣੀ ਡਿਜੀਟਲ ਲਾਇਬ੍ਰੇਰੀ ਆਲਰੇਡੀ ਤਿਆਰ ਹੋ ਰਹੀ ਹੈ, ਉਹਦੇ ਤੀਜੇ ਫਲੋਰ ਦਾ ਵੀ ਲੈਂਟਲ ਪੈ ਚੁੱਕਿਆ ਹੈ। ਉਹ ਸੈਂਟਰਲੀ ਏਅਰ ਕੰਡੀਸ਼ਨਡ ਹੋਏਗੀ, 24 ਘੰਟੇ ਖੁੱਲੇਗੀ। ਜਿਸ ਸ਼ਹਿਰ ਦੇ ਵਿੱਚ ਆਡੀਟੋਰੀਅਮ ਹੈ ਨਹੀਂ, ਜਿੱਥੇ ਕੋਈ ਕਲਚਰਲ ਐਕਟੀਵਿਟੀਜ਼, ਕੋਈ ਪਲੇ, ਕੋਈ ਪੋਇਟਰੀ, ਕੋਈ ਫਲਾਂ ਤਿਮਕਾ ਨਹੀਂ ਹੋ ਸਕਦਾ, ਉਹ ਆਪਣਾ ਤਿਆਰ ਹੋ ਰਿਹਾ। ਤੀਸਰਾ ਅਸੀਂ ਚਾਹਾਂਗੇ ਕਿ ਜਿਹੜਾ ITI ਚੌਂਕ ਤੋਂ ਡੱਬ ਵਾਲੀ ਰੋਡ ਤੇ ਜਿਹੜਾ ਉਹ ਐਗਰੀਕਲਚਰ ਸਟੇਸ਼ਨ ਦੀ ਜ਼ਮੀਨ ਪਈ ਹੈ, ਅਸੀਂ ਚਾਹਾਂਗੇ ਐਜ਼ ਗਵਰਨਮੈਂਟ ਕਿ ਇਹਨਾਂ ਨੂੰ ਅਸੀਂ ਦੁੱਗਣੀ ਜ਼ਮੀਨ ਕਿਤੇ ਬਾਹਰ ਲੈ ਦਈਏ, ਕਿਉਂਕਿ ਬੜੀ ਸੰਘਣੀ ਆਬਾਦੀ 'ਚ ਆ ਗਈ ਹੈ। ਉਹ 130 ਏਕੜ 'ਚ ਉੱਥੇ ਮਿਊਨਿਸਪਲ ਪਾਰਕ ਬਣ ਜਾਏ, ਇੱਥੇ ਇੱਕ ਇੰਟਰਨੈਸ਼ਨਲ ਕ੍ਰਿਕਟ ਜਾਂ ਕੋਈ ਸਪੋਰਟਸ ਦਾ ਸਟੇਡੀਅਮ ਬਣ ਜਾਏ। ਔਰ ਸਭ ਤੋਂ ਵੱਡੀ ਗੱਲ, ਔਰ ਸਭ ਤੋਂ ਮੈਨੂੰ ਮਨਹੂਸ ਜਿਹੜੀ ਬਠਿੰਡੇ ਸ਼ਹਿਰ 'ਚ ਜੇ ਕੋਈ ਨਜ਼ਰ ਆਉਂਦੀ ਨਾ ਗਲੀਆਂ ਮੁਹੱਲੇ ਬਾਜ਼ਾਰਾਂ 'ਚ, ਉਹ ਹੈ ਜਿਹੜੀਆਂ ਕਿ ਬਿਜਲੀ ਤੇ ਕੇਬਲ ਦੀਆਂ ਤਾਰਾਂ ਜਿਹੜੀਆਂ ਲਮਕਦੀਆਂ ਫਿਰਦੀਆਂ। ਮੇਰਾ ਬਠਿੰਡੇ ਸ਼ਹਿਰ ਦੇ ਲੋਕਾਂ ਨਾਲ ਵਾਅਦਾ ਹੈ, ਇਹ 400 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਔਰ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਔਰ ਕਲਮ ਜਿਹੜੀ ਹੈ ਕਾਂਗਰਸ ਪਾਰਟੀ ਦੇ ਹੱਥ 'ਚ ਆ ਗਈ ਤਾਂ ਬਠਿੰਡਾ ਪਹਿਲਾ ਸ਼ਹਿਰ ਹੋਊਗਾ ਜਿੱਥੇ ਸਾਰਾ ਬਿਜਲੀ ਦਾ ਜਿਹੜਾ ਨਿਜ਼ਾਮ ਹੈ ਇਹਨੂੰ ਅੰਡਰਗਰਾਊਂਡ ਕਰਨਾ। ਔਰ ਜਿਹੜਾ ਖਜ਼ਾਨਾ ਮੰਤਰੀ ਸਿਰਫ ਰੂਫਟਾਪ ਸੋਲਰ ਪ੍ਰੋਜੈਕਟ ਵਾਸਤੇ 100 ਕਰੋੜ ਰੁਪਏ ਬਠਿੰਡੇ ਨੂੰ ਦੇ ਸਕਦਾ, ਉਹ 400 ਕਰੋੜ ਰੁਪਏ ਅੰਡਰਗਰਾਊਂਡ ਵਾਇਰਿੰਗ ਵਾਸਤੇ ਵੀ ਦੇ ਸਕਦਾ। ਪਤਾ ਸਰ ਤੁਸੀਂ ਇੰਨੀਆਂ ਚੀਜ਼ਾਂ ਗਣਾਈ ਜਾਂਦੇ, ਮੈਂ ਤਾਈਓ ਕਰਕੇ ਆਰਾਮ ਨਾਲ ਸੁਣੀ ਜਾਂਦਾ ਵੀ ਠੀਕ ਹੈ ਯਾਰ, ਵੀ ਆਹ ਵੀ ਕੀਤਾ, ਆਹ ਵੀ ਕੀਤਾ, ਆਹ ਵੀ ਕੀਤਾ। ਫਿਰ ਮੁਲਾਜ਼ਮਾਂ ਨੂੰ ਤੁਸੀਂ ਕਿਉਂ ਨਹੀਂ ਖੁਸ਼ ਕਰ ਸਕੇ? ਸਭ ਇਹ ਰਿਕਾਰਡ ਦੀ ਗੱਲ ਹੈ ਕਿ ਮੁਲਾਜ਼ਮ ਜਿਹੜੇ ਹੈ ਇਹਨਾਂ ਦੀ ਟੋਟਲ 3 ਲੱਖ ਇਹਨਾਂ ਦੀ ਪੋਪੂਲੇਸ਼ਨ ਹੈ ਜੀ, ਮਤਲਬ ਇਹਨਾਂ ਦੀ ਗਿਣਤੀ ਹੈ, ਸੌਰੀ। ਪੰਜਾਬ ਦੀ ਆਬਾਦੀ 3 ਕਰੋੜ ਹੈ, ਤਾਂ ਇਹਦਾ ਮਤਲਬ ਹੋਇਆ ਕਿ ਇਹ 1% ਟੋਟਲ ਪੰਜਾਬ ਦੀ ਪੋਪੂਲੇਸ਼ਨ ਹੈ। 62% ਜੋ ਸਾਡਾ ਟੋਟਲ ਟੈਕਸ ਇਕੱਠਾ ਹੁੰਦਾ ਇਹਨਾਂ ਦੀ ਤਨਖਾਹ ਭੱਤੇ ਵਗੈਰਾ 'ਚ ਨਿਕਲ ਜਾਂਦਾ ਜੀ। ਜੋ ਪੰਜਾਬ ਦਾ ਔਰ ਮੈਂ ਹਲਫਨ ਔਰ ਕਸਮਨ ਕਹਿਣਾ ਕਿ ਜੋ ਵੀ ਪੰਜਾਬ ਦਾ ਇੰਪਲੋਈ ਹੈ ਉਹ ਰਾਜਸਥਾਨ, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼, ਦਿੱਲੀ, ਕਿਸੇ ਵੀ ਸਟੇਟ ਦੇ ਤੁਸੀਂ ਮੁਲਾਜ਼ਮ ਨਾ, ਚਾਹੇ ਉਹ ਪਟਵਾਰੀ ਹੈ, ਭਾਵੇਂ ਉਹ ਡਰਾਈਵਰ ਹੈ, ਭਾਵੇਂ PN ਹੈ, ਭਾਵੇਂ ਕਲਰਕ ਹੈ, ਜਿੰਨੇ ਵੀ ਮਤਲਬ ਉਹਨਾਂ ਨਾਲੋਂ ਇਹ 15 ਤੋਂ 20% ਇਹਨਾਂ ਦੀ ਤਨਖਾਹ ਜ਼ਿਆਦਾ ਹੈ। ਔਰ ਇਹ ਗਵਰਨਮੈਂਟ ਨੇ ਗਾਰੰਟੀ ਕੀਤੀ ਕਿ ਪੇ ਕਮਿਸ਼ਨ ਦੀ ਜੋ ਵੀ ਰਿਪੋਰਟ ਆਈ ਵੀ ਹਰੇਕ ਨੂੰ ਅਸੀਂ 15% ਦਾ ਇਜ਼ਾਫਾ ਜ਼ਰੂਰ ਦੇਣਾ। ਪਿਛਲੇ ਮਤਲਬ ਮੈਂ ਪੰਜਾਬ ਦੇ ਇੰਪਲੋਈਜ਼ ਨੂੰ ਇਹ ਤੁਹਾਡੇ ਕਾਲੇ ਕੈਮਰੇ ਦੇ ਅੱਖਾਂ ਜ਼ਰੀਏ ਇਹ ਅਪੀਲ ਕਰਦਾ ਕਿ 62% ਰੈਵਨਿਊ ਆਲਰੇਡੀ ਤੁਹਾਡੇ ਤਨਖਾਹਾਂ ਜਾ ਰਿਹਾ ਹੈ। ਤੁਸੀਂ ਕਿਸੇ ਵੀ ਸਟੇਟ ਦੇ ਇੰਪਲੋਈ ਚੋਂ ਘੱਟ ਤੁਹਾਡੀ ਪੇ ਹੈ ਨਹੀਂ। ਤੁਸੀਂ
ਇਸ ਗੱਲ ਨੂੰ ਇਹਨੂੰ ਪ੍ਰੈਸਟੀਜ ਦਾ ਇਸ਼ੂ ਨਾ ਬਣਾਓ। ਬਾਕੀ ਜਿਹੜੇ ਪੰਜਾਬ, ਕਿਉਂਕਿ ਕਿਸਾਨ ਹੈ, ਸਟੂਡੈਂਟ ਹੈ, ਮਜ਼ਦੂਰ ਹੈ, ਦੁਕਾਨਦਾਰ ਹੈ, ਸ਼ਮਿੰਦਰ, ਪਿੰਡਾਂ ਦੇ ਵਿੱਚ ਲੋਕ 10-10 ਰੁਪਏ ਤੋਂ ਵੀ ਮੁਹਤਾਜ ਬੈਠੇ ਹੈ। ਔਰ ਗੌਰਮੈਂਟ ਤਾਂ ਮਾਂ-ਬਾਪ ਵਰਗੀ ਹੁੰਦੀ ਹੈ। ਜਿਵੇਂ ਮਾਂ-ਬਾਪ ਨੂੰ ਆਪਣੇ ਔਲਾਦ ਦੀ ਫਿਕਰ ਹੁੰਦੀ ਹੈ, ਗੌਰਮੈਂਟ ਨੂੰ ਹਰੇਕ ਵਰਗ ਦੀ ਫਿਕਰ ਹੈ। ਔਰ ਮੈਂ ਫੇਰ ਕਹਿਣਾ ਕਿ ਸਸਤੀ ਸ਼ੋਹਰਤ ਵਾਸਤੇ ਕਿ ਮੇਰੀ ਸ਼ੋਹਰਤ ਹੋ ਜੇ, ਪੰਜਾਬ ਤਬਾਹ ਨਹੀਂ ਕਰ ਸਕਦੇ। ਮੈਂ ਇਹਨਾਂ ਦੀਆਂ ਗੱਲਾਂ ਬੜੇ ਆਰਾਮ ਨਾਲ ਸੁਣਦਾ ਪਿਆ। ਇਹਨਾਂ ਕੋਲ ਸ਼ਬਦਾਂ ਦਾ ਭੰਡਾਰ ਬਹੁਤ ਹੈ ਤੇ ਤੁਸੀਂ ਸ਼ੇਅਰ ਸ਼ਾਇਰੀ ਵੀ ਬੜੀ ਕਮਾਲ ਦੀ ਕਰਦੇ ਹੋ। ਪਰ ਮੈਂ ਇਹ ਸਾਰੀ ਗੱਲ ਹੋ ਗਈ, ਠੀਕ ਹੈ, ਤਾਂ ਪੰਜਾਬ ਦੀ ਗੱਲ ਆ ਗਈ। ਪਰ ਦੇਖੋ, ਮੇਰਾ ਮਕਸਦ ਹੈ ਬਠਿੰਡੇ ਬਾਰੇ ਆਪਾਂ ਗੱਲ ਕਰੀਏ। ਤੇ ਜੇ ਬਠਿੰਡੇ ਬਾਰੇ ਗੱਲ ਕਰੀਏ ਤੇ ਇਹ ਹਮੇਸ਼ਾ ਪਿੱਛੇ ਜੇ ਕੋਈ ਉਮਰ ਸੀ ਕਿ ਐਕਚੁਅਲ ਦੇ ਵਿੱਚ ਸੱਚ ਸੀ ਵੀ ਠੀਕ ਹੈ, ਤੁਸੀਂ ਤੁਹਾਡੇ ਤਾਇਆ ਜੀ ਕਹਿ ਲਓ ਜਾਂ ਚਾਚਾ ਜੀ ਬਾਦਲ ਸਾਹਿਬ ਤੇ ਤੁਸੀਂ ਹੈ ਇੱਕੋ ਫੈਮਿਲੀ ਦੇ, ਤੇ ਤੁਸੀਂ ਰਲ ਮਿਲ ਕੇ ਇੱਥੋਂ ਦੀ ਜਿਹੜੀ ਸੀਟ ਹੈ ਨਾ ਤੁਸੀਂ ਜਿੱਤਣੀ ਹੈ। ਤੇ ਅਕਾਲੀ ਦਲ ਦੇ ਜਿਹੜੇ ਸਰੂਪ ਚੰਦ ਸਿੰਗਲਾ ਉਹਨਾਂ ਨੂੰ ਰਲ ਕੇ ਹਰਾਉਣਾ। ਇਹ ਰਲੇ ਹੋਏ ਹੋ ਤੁਸੀਂ ਸਿੱਧਾ। ਸਭ ਗੱਲ ਇਹ ਹੈ ਕਿ ਅਖੀਰ ਇੱਕ ਦਿਨ ਦੁਨੀਆ ਤੋਂ ਵੀ ਚਲੇ ਜਾਣਾ, ਬੰਦੇ ਦੀ ਕਿਤੇ ਤਾਂ ਆਖਰਤ ਹੋਣੀ ਹੈ ਜੀ। ਮੈਂ ਅਕਾਲੀ ਦਲ ਤੇ ਲਾਨਤ ਭੇਜਦਾ। ਔਰ ਕੋਈ ਵੇਲਾ ਸੀ ਮੈਂ ਉਸ ਫੈਮਿਲੀ ਦਾ ਹਿੱਸਾ ਸੀ ਜੀ। ਔਰ ਚਲੋ ਕੋਈ ਉਸ ਵਜ੍ਹਾ 'ਚ ਨਹੀਂ ਜਾਂਦਾ ਕਿ ਮੈਂ ਅਕਾਲੀ ਦਲ ਕਿਉਂ ਛੱਡਿਆ। ਪਰ ਕਿਤੇ ਤੁਸੀਂ ਸੋਚਿਆ ਕਿ ਤੁਹਾਨੂੰ ਵੀ ਮਤਲਬ 70 ਸਾਲ ਹੋ ਗਏ ਇਲੈਕਸ਼ਨ, ਤੁਸੀਂ ਵੀ ਬੜੇ ਮੰਝੇ ਹੋਏ ਪੱਤਰਕਾਰ ਹੋ। ਮਿਨਿਸਟਰ ਜਿਹੜੇ ਆ ਅਕਸਰ ਉਹਨਾਂ ਨੂੰ ਕੱਢਿਆ ਜਾਂਦਾ ਹੈ ਪਾਰਟੀਆਂ ਚੋਂ, ਕੈਬਨਿਟ ਚੋਂ, ਔਨ ਅਕਾਊਂਟ ਆਫ ਕਰਪਸ਼ਨ, ਸਕੈਂਡਲ। ਤੁਸੀਂ 70 ਸਾਲ 'ਚ ਕਦੇ ਕੋਈ ਫਾਈਨੈਂਸ ਮਿਨਿਸਟਰ ਦੇਖਿਆ ਜਿਹੜਾ ਆਪਣੇ ਅਸਤੀਫਾ ਦੇਤਾ ਕਿਉਂਕਿ ਮੈਨੂੰ ਆਪਣੀਆਂ ਪਾਰਟੀ ਦੀਆਂ ਨੀਤੀਆਂ ਨਹੀਂ ਪਸੰਦ, ਔਰ ਇੱਕ ਵਾਰੀ ਉਹਨਾਂ ਨੂੰ ਖੈਰਬਾਦ ਕਹਿਤਾ ਤਾਂ ਇਹ ਹੋ ਗਿਆ। ਔਰ ਜਿਹੜੀ ਤੁਸੀਂ, ਇੱਕ ਪੰਜਾਬੀ ਦਾ ਮੁਹਾਵਰਾ ਹੈ ਕਿ ਜਿਹੜੀ ਬੇੜੀ 'ਚ ਬੰਦਾ ਬੈਠਾ ਹੋਵੇ ਨਾ, ਉਸ ਬੇੜੀ ਦੀ ਖੈਰ ਮੰਗਣੀ ਚਾਹੀਦੀ ਹੈ। ਮੈਂ ਕਾਂਗਰਸ ਦੀ ਖੈਰ ਮੰਗਦਾ ਹੈ, ਔਰ ਜਿਹੜੀ ਅਕਾਲੀ ਦਲ ਹੈ ਉਹਨੂੰ ਅਸੀਂ ਖੈਰਬਾਦ ਕਹਿ ਚੁੱਕੇ ਹਾਂ। ਔਰ ਇਹ ਹੁਣ ਜਾਂ ਤਾਂ ਕੋਈ ਹਾਰੇ ਹੋਏ ਬੰਦਿਆਂ ਦਾ ਇਹ ਬਿਆਨੀਆ ਹੋ ਸਕਦਾ ਹੈ ਵੀ ਹੁਣ ਜੀ ਰਲ ਕੇ ਲੜ ਰਹੇ ਆ, ਨਹੀਂ ਲੜ ਰਹੇ। ਪਰ ਜਿੰਨੀ ਮੇਰੇ ਸ਼ਕਤੀ ਔਰ ਜਿੰਨੀ ਮੇਰੀ ਔਕਾਤ ਹੈ, ਕਾਂਗਰਸ ਅੱਗੇ ਆਉਣੀ ਚਾਹੀਦੀ ਹੈ। ਔਰ ਜਿਹੜੀ ਅਕਾਲੀ ਦਲ ਦੀ ਸੋਚ ਹੈ, ਇਹਨੇ ਪੰਜਾਬ ਨੂੰ ਬੜੇ ਨੁਕਸਾਨ ਪਹੁੰਚਾਏ ਹੈ। ਇਹ ਮੇਰਾ ਆਪਣਾ ਮੰਨਣਾ, ਇਸ ਕਰਕੇ ਮੈਂ ਪਾਰਟੀ ਛੱਡੀ। ਨਹੀਂ ਤਾਂ ਮੈਂ ਕੋਈ ਬੰਦਾ ਆਪਣੀਆਂ ਰਿਸ਼ਤੇਦਾਰੀਆਂ, ਰਵਾਦਾਰੀਆਂ, ਯਾਰੀਆਂ, ਕੋਈ ਛੋਟੀ ਜੀ ਗੱਲ ਪਿੱਛੇ ਨਹੀਂ ਛੱਡਦਾ। ਔਰ ਕਹਿਣਾ ਕਿ ਹੁਣ ਰਲੇ ਹੋਏ, ਔਰ ਮੈਂ ਫਿਰ 8-10 ਸਾਲ ਜਿਹੜੇ ਧੱਕੇ ਖਾਦੇ, ਤੇ ਜੇ ਮੈਂ ਰਲਣਾ ਹੀ ਸੀ ਤਾਂ ਮੈਨੂੰ ਉੱਥੇ ਛੱਡਣ ਦੀ ਕੋਈ ਲੋੜ ਸੀ? ਮੈਂ ਤਾਂ ਫਾਈਨੈਂਸ ਮਿਨਿਸਟਰ ਉੱਥੇ ਆਲਰੇਡੀ ਸੀਗਾ। ਇੱਕ ਨਾ ਸ਼ਮਿੰਦਰ, ਮੈਂ ਇੱਕ ਤਾਂ ਆਦਤਨ ਤੇ ਫਿਤਰਤਨ, ਇਹ ਉਰਦੂ ਦੇ ਲਫ਼ਜ਼ ਹੈ। ਮੈਂ ਅੱਜ ਤੱਕ ਕਿਸੇ ਦੇ ਖਿਲਾਫ ਨਹੀਂ ਬੋਲਿਆ, ਮੈਂ ਕਿਸੇ ਪਾਰਟੀ ਦੀ ਨਿੰਦਿਆ ਨਹੀਂ ਕੀਤੀ। ਇਹ ਜਿਹੜਾ ਫੈਸਲਾ ਹੈ ਇਹ ਬਠਿੰਡੇ ਸ਼ਹਿਰ ਦੇ ਲੋਕਾਂ ਨੇ ਕਰਨਾ ਹੈ। ਲੋਕ ਜਿਹੜੇ ਹੈ ਬਾਸ਼ਹੂਰ ਹੈ, ਪੰਜਾਬੀ ਸਾਦਾ ਤਾਂ ਜ਼ਰੂਰ ਹੈ, ਪਰ ਇੰਨਾ ਸਾਦਾ ਵੀ ਨਹੀਂ ਹੈ ਕਿ ਉਹਨੂੰ ਆਪਣਾ ਨਫਾ ਨੁਕਸਾਨ ਨਹੀਂ ਪਤਾ, ਉਹਨੂੰ ਸ਼ਰਾਬ ਤੇ ਸ਼ਰਬਤ ਦਾ ਫਰਕ ਨਹੀਂ ਪਤਾ। ਸੋ ਇਹ ਗੱਲ ਜਿਹੜੀ ਹੈ ਮੈਂ ਬਠਿੰਡੇ ਸ਼ਹਿਰ ਦੇ ਲੋਕਾਂ ਦੇ ਛੱਡ ਕੇ ਜਾਊਂਗਾ। ਅੱਛਾ, ਇਹ ਮੈਨੂੰ ਪਤਾ ਪ੍ਰੋਗਰਾਮ ਲੰਬਾ ਹੋ ਰਿਹਾ, ਤੁਸੀਂ ਵੀ ਆਪਣੇ ਪ੍ਰਚਾਰ ਕਰਨਾ ਹੋਣਾ, ਬਸ ਮੈਨੂੰ ਇੱਕ ਥੋੜਾ ਹੋਰ ਦਿਓ ਜਵਾਬ ਵੀ ਇਹ ਤੁਹਾਡੇ ਤੁਹਾਡੇ ਹੀ ਬੰਦੇ ਖੜੇ ਹੋ ਗਏ, ਜਗਰੂਪ ਸਿੰਘ ਗਿੱਲ ਤੇ ਨੰਬਰਦਾਰ ਸਾਹਿਬ, ਉਹ ਵੀ ਕਾਂਗਰਸ ਤੋਂ ਗਏ ਨੇ। ਇਹਨਾਂ ਨੂੰ ਅਸਲ 'ਚ ਬੜੇ ਸਾਲ ਤੋਂ, ਜੇ ਮੇਰੀ ਅਕਲ ਮੈਨੂੰ ਧੋਖਾ ਨਹੀਂ ਦੇ, ਇਹਨਾਂ ਨੂੰ ਬੜੀ ਹਸਰਤ ਸੀ ਕਿ ਸਾਨੂੰ MLA ਦੀ ਇਲੈਕਸ਼ਨ ਲੜੀਏ। ਹੁਣ ਇਹਨਾਂ ਨੂੰ ਇਹ ਸ਼ਾਇਦ ਇਸ ਗੱਲ ਦਾ ਵੀ ਹਸਦ ਜਾਂ ਬੁਗਜ਼ ਹੋ ਗਿਆ ਕਿ ਹੁਣ ਮਨਪ੍ਰੀਤ ਆ ਕੇ ਇੱਥੇ ਜੰਮ ਪਿਆ। ਮੈਨੂੰ ਨੰਬਰਦਾਰ ਜੀ ਨੇ ਅਕਸਰ ਕਿਹਾ ਕਿ ਮੈਨੂੰ ਮਾਨਸੇ ਤੋਂ ਦਵਾ ਦੇ, ਮੈਨੂੰ ਤਲਵੰਡੀ ਸਾਬੋ ਤੋਂ ਟਿਕਟ ਦਵਾ ਦੇ। ਕਾਂਗਰਸ ਦੇ ਵਿੱਚ ਕੋਈ ਬੰਦਾ ਕਿਸੇ ਨੂੰ ਟਿਕਟ ਦੀ ਗਾਰੰਟੀ ਦਵਾ ਨਹੀਂ ਸਕਦਾ। ਔਰ ਮੈਂ ਵੈਸੇ ਤਾਂ ਹੈਰਾਨ ਹੈ ਕਿ ਸਾਰੀ ਉਮਰ ਤੁਸੀਂ ਕਾਂਗਰਸ 'ਚ ਰਹੇ, ਹੁਣ ਕਾਂਗਰਸ ਮਾੜੀ ਹੋ ਗਈ। ਔਰ ਅੱਜ ਕੱਲ ਇਸ ਕਿਸਮ ਦਾ ਹੀ ਹੈ, ਉਹ ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਦੁਨੀਆ ਦੋ ਰੰਗੀ। ਅੱਛਾ, ਅੰਦਰੋਂ ਮਾੜੀ ਤੇ ਉੱਤੋਂ ਚੰਗੀ। ਅੰਦਰੋਂ ਕਈ ਵਾਰੀ ਇਹ ਗੱਲਾਂ ਲੋਕਾਂ ਦੇ ਮਨਾਂ 'ਚ ਹੁੰਦੀਆਂ। ਬਹਰਹਾਲ ਉਹ ਸਾਡੇ ਜਦੋਂ ਮੈਂ ਛੋਟਾ ਹੁੰਦਾ ਸੀ, ਇੱਕ ਰੇਡੀਓ ਤੇ ਗਾਣਾ ਆਉਂਦਾ ਹੁੰਦਾ ਸੀ, ਉਹ ਕੁੜੀਆਂ ਗਾਉਂਦੀਆਂ ਕਿ ਮੁੱਲ ਵਿਕਦਾ ਸੱਜਣ ਮਿਲ ਜਾਵੇ, ਖਰੀਦ ਲਾ ਮੈਂ ਜਿੱਦ ਵੇਚ ਕੇ। ਮੈਂ ਸ਼ਮਿੰਦਰ ਇਸ ਧਰਤੀ ਮਾਂ ਦਾ ਕੋਈ ਪਿਛਲੇ ਜਨਮ ਦਾ ਕੋਈ ਲੈਣ ਦੇਣ ਦਾ ਚੱਕਰ ਹੈ, ਕੋਈ ਕਰਜ਼ਾ ਇਸ ਧਰਤੀ ਮਾਂ ਦਾ, ਮੈਂ ਕਰਜ਼ਾ ਦੇਣਾ ਹੈ, ਮੈਂ ਉਹ ਕਰਜ਼ ਚੁਕਾ ਰਿਹਾ।
ਔਰ ਮੇਰੇ ਕੋਲੇ ਜਾਇਦਾਦ ਦੀ ਕਮੀ ਨਹੀਂ, ਔਲਾਦ ਦੀ ਕਮੀ ਨਹੀਂ, ਵਿਦਿਆ ਦੀ ਕਮੀ ਨਹੀਂ, ਪਰ ਇਹ ਮੇਰਾ ਸ਼ੌਕ ਹੈ। ਔਰ ਜਿਸ ਰੱਬ ਨੇ ਸ਼ੌਕ ਦਿੱਤਾ ਹੈ ਉਹ ਰੱਬ ਜਿਹੜਾ ਹੈ ਫਿਰ ਤਰੀਕਾ ਤੇ ਸਲੀਕਾ ਵੀ ਦੇ ਦਿੰਦਾ ਹੈ ਸ਼ੌਕ ਪੂਰਾ ਕਰਨ ਦਾ। ਜੋ ਪਿੱਛੇ ਹੋਣਾ ਸੀ ਉਹ ਹੋ ਚੁੱਕਿਆ। ਕਈ ਲੋਕ ਖੁਸ਼ ਨੇ, ਕਈ ਲੋਕ ਨਾਰਾਜ਼ ਨੇ। ਜਾਂਦੇ ਜਾਂਦੇ ਆਪਾਂ ਬਠਿੰਡੇ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਬਠਿੰਡੇ ਦੇ ਲੋਕਾਂ ਨੂੰ ਇਹ ਕਹਾਂਗਾ ਕਿ अलामा इकबाल का शेर है कि खुदा ने आज तक उस कौम की हालत नहीं बदली, ना हो ख्याल जिसे खुद अपनी हालत के बदलने का। जिस कौम नू अपनी हालत बदलने दा फिक्र नहीं तो रब ने तो आके बदलनी नहीं। ये तो थोनू ते मैनू ही करना पैना है। हथ नाल हथ जोड़िए ते सिर नाल सिर जोड़िए ते रल मिल के धरती मां नू इज्जत दईए, धरती मां नू गैरत दईए और धरती मां नू दुनिया की बिरादरी च वो मुकाम दईए जिस दी ये हकदार है। मैं यही कहांगा कि जिस तरह ਆਪਾਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨਾਲ ਗੱਲਬਾਤ ਕੀਤੀ, ਕੋਈ ਵਾਅਦਾ ਕਰਨਾ ਹੋਵੇ ਆਉਣ ਵਾਲੇ ਇਲੈਕਸ਼ਨ ਦੇ ਬਾਰੇ ਵੀ ਮੈਂ ਆ ਕਰੂੰਗਾ, ਮੈਂ ਆ ਕਰੂੰਗਾ, ਮੈਂ ਆ ਕਰੂੰਗਾ ਜੇ ਮੈਂ ਅੱਜ ਜਿੱਤੇ ਨਾ? मैं ऑलरेडी किया है कि बठिंडे नू 5 स्टार शहर बनाना है। ਉਹਦੇ ਲਈ वर्ल्ड क्लास पार्क, वर्ल्ड क्लास स्टेडियम, शहर ਦਾ ਜਿਹੜਾ ਬਿਜਲੀ ਦਾ ਨਿਜ਼ਾਮ ਹੈ ਅੰਡਰਗਰਾਉਂਡ ਹੋ ਜਾਏਗਾ, 5 ਸਟਾਰ ਸ਼ਹਿਰ ਬਣ ਜਾਏਗਾ। ਮੰਨ ਲਓ ਤੁਸੀਂ ਜਿੱਤ ਗਏ, ਮੰਨ ਲਓ ਮੂਲਧਨ 100 ਤੁਸੀਂ ਜਿੱਤ ਗਏ, ਇਹ ਜਿਹੜੇ ਵਾਅਦੇ ਕੀਤੇ ਨੇ ਜੇ ਉਹ ਤੁਸੀਂ ਪੂਰੇ ਨਹੀਂ ਕਰਦੇ ਫਿਰ ਕੀ ਹੋਵੇ? ਜਦੋਂ ਪਿਛਲੀ ਵਾਰੀ ਮੈਂ ਕਿਹਾ ਸੀ ਕਿ ਬਾਈਪਾਸ ਬਣ ਜਾਏਗਾ, ਰੇਲਵੇ ਦਾ ਪੁਲ ਬਣ ਜਾਏਗਾ, ਫਲਾਂ ਚੀਜ਼ਾਂ ਹੋ ਜਾਣਗੀਆਂ, ਉਦੋਂ ਵੀ ਲੋਕ ਕਹਿੰਦੇ ਸੀ ਕਿ ਸਿਆਸੀ ਸ਼ੋਖਾਬਾਜ਼ੀ ਚ ਕਰ ਰਹੇ ਜੀ, ਔਰ ਤਕਰੀਬਨ 99% ਵਾਅਦੇ ਜਿਹੜੇ ਪੂਰੇ ਹੋਏ ਜੀ। ਪਰ ਇਹ ਮੈਂ ਵੀ ਕਹਿੰਦਾ ਜੇ ਇਹ ਨਾ ਹੋਏ ਫਿਰ? ਦੇਖੋ ਮੈਂ ਫਿਰ ਤੁਹਾਨੂੰ ਕਹਿਣਾ ਕਿ ਮੈਂ ਸਿਆਸਤ ਨੂੰ ਇਬਾਦਤ ਸਮਝਦਾ ਹਾਂ। ਸਿਆਸਤ ਜਿਹੜਾ ਇਹ ਕੋਈ ਮੈਨੂੰ ਛੋਟਾ ਨਹੀਂ ਸਮਝਦਾ। ਔਰ ਜਿਸ ਤਰ੍ਹਾਂ ਇਨਸਾਨ ਆਪਣੇ ਜਿਵੇਂ ਇੱਕ ਮਾਂ ਬਾਪ ਨੂੰ ਆਪਣੀ ਔਲਾਦ ਦੀ ਚਿੰਤਾ ਹੁੰਦੀ ਹੈ, ਮੈਨੂੰ ਬਠਿੰਡੇ ਸ਼ਹਿਰ ਤੇ ਪੰਜਾਬ ਦੇ ਲੋਕਾਂ ਦੀ ਚਿੰਤਾ ਹੈ। ਬਾਦਲ ਸਾਹਿਬ ਕਾਫੀ ਸਮਾਂ ਤੁਹਾਡਾ ਮੈਂ ਲੈ ਲਿਆ, ਮੈਨੂੰ ਪਤਾ ਤੁਸੀਂ ਜਾ ਕੇ ਪ੍ਰਚਾਰ ਕਰਨਾ ਹੈ, ਇਸ ਕਰਕੇ ਠੀਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸ਼ਮਿੰਦਰ, ਥੈਂਕ ਯੂ। ਔਰ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਫਿਰ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਇਹ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ, ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਇਲੈਕਸ਼ਨ ਆ ਗਏ ਨੇ ਮੇਰੇ ਵੀਰ, ਤੇ ਇਹ ਤੁਸੀਂ ਦੇਖਣਾ ਹੈ ਕਿ ਅਸੀਂ ਲੋਕਾਂ ਨੇ ਕਿਹਨੂੰ ਵੋਟਾਂ ਪਾਉਣੀਆਂ। ਮੇਰਾ ਮਕਸਦ ਸਿਰਫ ਇੰਨਾ ਕੁ ਸੀ ਕਿ ਮੈਂ ਕੈਮਰੇ ਦੇ ਮਾਧਿਅਮ ਰਾਹੀਂ ਤੁਹਾਨੂੰ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਣਾ ਦੀਆਂ ਵੀ ਗੱਲਾਂ ਸੁਣਾ ਦਿਆਂ। ਇਸ ਕਰਕੇ ਫੈਸਲਾ ਤੁਹਾਡਾ, ਤਾਰੀਖ ਵੀ ਤੁਸੀਂ ਫੈਸਲਾ ਕਰਨਾ ਹੈ ਕਿ ਕਿਹਨੂੰ ਹਰਾਉਣਾ ਤੇ ਕਿਹਨੂੰ ਜਿਤਾਣਾ। ਮੈਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। चुनावी माहौल खुल के बोल इलेक्शन 2022 विद शमिंदर बाई।